गुड मॉर्निंग स्टूडेंट्स। एक बारी फिर वोकेशनल ट्रेड इंपोर्ट एंड एक्सपोर्ट मैनेजमेंट दे +1 क्लास के सबजैक्ट प्रिंसीपल्स ऑफ मैनेजमेंट का सैकेंड चैप्टर जिसका नाम है प्लैनिंग उस चैप्टर के फर्स्ट टॉपिक प्लैनिंग मीनिंग डेफिनेशन एंड इट्स फीचर्स बारे अज अस इस वीडियो राही पढ़ांगे। माई सेल्फ मोहेश चंद्रा, वोकेशनल मिस्ट्रेस, गवर्नमेंट सीनियर सैकेंडरी स्कूल चढ़ोली, गुरदासपुर डिस्ट्रिक्ट। In this video, we will discuss about definition of planning and its features. ਸਭ ਤੋਂ ਪਹਿਲੇ ਯੋਜਨਾ ਦਾ ਅਰਥ ਅਤੇ ਪਰਿਭਾਸ਼ਾ। ਇਹ ਕਿਸੇ ਉਦੇਸ਼ ਦੀ ਪੂਰਤੀ ਲਈ ਕੀਤੇ ਜਾਣ ਵਾਲੇ ਕੰਮਾਂ ਬਾਰੇ ਸੋਚਣਾ ਅਤੇ ਸੰਗਠਿਤ ਕਰਨ ਦੀ ਕਿਰਿਆ ਹੈ। ਇਹ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਹੈ। ਜਿਸ ਤਰ੍ਹਾਂ ਅਸੀਂ ਰੋਜ਼ਾਨਾ ਦੇ ਕੰਮ ਵੀ ਯੋਜਨਾਬੰਦੀ ਨਾਲ ਕਰਦੇ ਹਾਂ, ਉਸੇ ਤਰ੍ਹਾਂ ਕੰਪਨੀ ਵਿੱਚ ਵੀ ਹਰ ਕੰਮ ਯੋਜਨਾਬੰਦੀ ਨਾਲ ਕੀਤਾ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਅਸੀਂ ਜਦੋਂ ਕਿਸੇ ਉਦੇਸ਼ ਦੀ ਪੂਰਤੀ ਲਈ ਕਿਸੇ ਕੰਮ ਦੀ ਯੋਜਨਾ ਬਣਾਉਂਦੇ ਹਾਂ, ਉਸ ਨੂੰ ਪਲੈਨਿੰਗ ਬੋਲਿਆ ਜਾਂਦਾ ਹੈ। ਜਦੋਂ ਅਸੀਂ ਕਿਸੇ ਕੰਮ ਨੂੰ ਕਿਸ ਤਰ੍ਹਾਂ ਕਰਨਾ ਹੈ ਇਸ ਬਾਰੇ ਸੋਚਦੇ ਹਾਂ, ਉਸ ਕਿਰਿਆ ਨੂੰ ਵੀ ਪਲੈਨਿੰਗ ਬੋਲਿਆ ਜਾਂਦਾ ਹੈ। ਕਿਸੇ ਕੰਮ ਨੂੰ ਕਰਨ ਦੇ ਲਈ ਕਿਸੇ ਚੀਜ਼ਾਂ ਦਾ ਸੰਗਠਨ ਕਰਨਾ, ਹਰੇਕ ਚੀਜ਼ਾਂ ਦੀ ਯੂਟਿਲਾਈਜੇਸ਼ਨ ਕਰਨਾ, ਆਪਣੇ ਸੌਮਿਆਂ ਦੀ ਵਰਤੋਂ ਕਰਨਾ, ਇਸ ਕਿਰਿਆ ਨੂੰ ਪਲੈਨਿੰਗ ਬੋਲਿਆ ਜਾਂਦਾ ਹੈ। ਇਸ ਦੀ ਡੈਫੀਨੇਸ਼ਨ ਹੈ ਅਕੋਰਡਿੰਗ ਟੂ ਹਾਰਟ, planning is the determination in advance of a live action by which certain results are to be achieved। ਹਾਰਟ ਦੇ ਅਨੁਸਾਰ ਪਲੈਨਿੰਗ ਕੀ ਹੈ? द डिटर्मिनेशन इन एडवांस यानी एक दृढ़ निश्चय पहले ही कर लेना कि असी भविख विच आने वाले अपने एक्शनस नूं किवें करिए सो डैट कि असी अपने रिजल्ट्स नूं अचीव कर सकीए, असी अपने ऑब्जेक्टिव्स नूं अचीव कर सकीए। उस तो बाद है फीचर्स ऑफ प्लैनिंग, योजनाबंदी दे गुण। मैं ये सारे पॉइंट्स रीड आउट कर देनी है, दैन असी अगली स्लाइड्स दे विच वन बाय वन इन्हां नूं डिस्कस करांगे। फर्स्ट वन इज गोल ओरिएंटल, intellectual process, continuous process, flexible, primary function, about future, decision making, focus on achieving objectives, pervasive। ਇਹ ਸਾਰੇ ਪੁਆਇੰਟਸ ਜੋ ਹੈ ਉਹ ਅੱਗੇ ਪੰਜਾਬੀ ਦੇ ਵਿੱਚ ਵੀ ਲਿਖੇ ਹੋਏ ਆ ਤਾਂ ਕਿ ਤੁਹਾਨੂੰ ਆਸਾਨੀ ਰਹੇ। ਸਭ ਤੋਂ ਪਹਿਲਾ ਪੁਆਇੰਟ ਹੈ ਇਹਦਾ ਗੋਲ ਓਰੀਐਂਟਡ ਯਾਨੀ ਲਕਸ਼ ਕੇਂਦਰਿਤ। ਯੋਜਨਾ ਕਿਰਿਆ ਹਮੇਸ਼ਾ ਕਿਸੇ ਨਾ ਕਿਸੇ ਲਕਸ਼ ਤੇ ਆਧਾਰਿਤ ਹੁੰਦੀ ਹੈ। ਕੰਪਨੀ ਵਿੱਚ ਹੋ ਰਹੇ ਸਾਰੇ ਕੰਮ ਜਿਨ੍ਹਾਂ ਦੀ ਯੋਜਨਾ ਬਣਾਉਣੀ ਹੁੰਦੀ ਹੈ ਉਹ ਕਿਸੇ ਉਦੇਸ਼ ਦੀ ਪੂਰਤੀ ਲਈ ਹੀ ਕੀਤੇ ਜਾਂਦੇ ਨੇ। ਯਾਨੀ ਕੋਈ ਵੀ ਪਲੈਨਿੰਗ ਜਦੋਂ ਕੋਈ ਸੰਸਥਾ ਕਰਦੀ ਹੈ ਉਸ ਦਾ ਕੋਈ ਨਾ ਕੋਈ ਲਕਸ਼ ਜ਼ਰੂਰ ਹੁੰਦਾ ਹੈ। ਯਾਨੀ ਹਰ ਇੱਕ ਮੈਨੇਜਮੈਂਟ ਆਪਣਾ ਕੁਛ ਨਾ ਕੁਛ ਆਬਜੈਕਟਿਵ, ਆਪਣਾ ਕੁਛ ਨਾ ਕੁਛ ਮੋਟਿਵ ਲੈ ਕੇ ਹੀ ਕਿਸੇ ਕੰਮ ਦੀ ਯੋਜਨਾ ਬਣਾਉਂਦੀ ਹੈ। ਅਤੇ ਕੰਪਨੀ ਵਿੱਚ ਹੋ ਰਹੇ ਸਾਰੇ ਕੰਮਾਂ ਜਿਨ੍ਹਾਂ ਦੀ ਯੋਜਨਾ ਬਣਦੀ ਹੈ, ਜਿੰਨੇ ਵੀ ਕੰਮ ਕੰਪਨੀ ਦੇ ਵਿੱਚ ਯੋਜਨਾ ਨਾਲ ਕੀਤੇ ਜਾਂਦੇ ਨੇ ਉਹ ਸਾਰੇ ਕੰਮ ਉਦੇਸ਼ਾਂ ਦੀ ਪੂਰਤੀ ਲਈ ਹੀ ਕੀਤੇ ਜਾਂਦੇ ਨੇ। ਸੈਕਿੰਡ ਪੁਆਇੰਟ ਇਜ਼ ਇੰਟੈਲੈਕਚੁਅਲ ਪ੍ਰੋਸੈਸ, ਤਾਰਕਿਕ ਪ੍ਰਕਿਰਿਆ। ਇਸ ਦਾ ਅਰਥ ਹੈ ਕਿ ਜੋ ਯੋਜਨਾ ਹੈ ਉਹ ਇੱਕ ਸੋਚਣ ਅਤੇ ਸਮਝਣ ਵਾਲੀ ਪ੍ਰਕਿਰਿਆ ਹੈ। ਯੋਜਨਾ ਕਿਸੇ ਪ੍ਰਕਾਰ ਦੀ ਸੰਭਾਵਨਾ ਨੂੰ ਮੰਨ ਕੇ ਨਹੀਂ ਕੀਤੀ ਜਾਂਦੀ ਬਲਕਿ ਤਾਰਕਿਕ ਕੰਮਾਂ ਨਾਲ ਬਣਾਈ ਜਾਂਦੀ ਹੈ। ਇਹ ਇੱਕ ਮਾਨਸਿਕ ਪ੍ਰਕਿਰਿਆ ਹੈ ਜਿਸ ਵਿੱਚ ਡੂੰਘੀ ਸੋਚ ਦੀ ਜ਼ਰੂਰਤ ਹੁੰਦੀ ਹੈ। ਯਾਨੀ ਯੋਜਨਾ ਦੇ ਵਿੱਚ ਅਸੀਂ ਸੰਭਾਵਨਾ ਨੂੰ ਮੰਨ ਕੇ ਨਹੀਂ ਚੱਲਦੇ, ਜੋ ਐਕਚੁਅਲ 'ਚ ਚੀਜ਼ ਹੈ ਅਸੀਂ ਉਸੇ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਯੋਜਨਾ ਨੂੰ ਬਣਾਉਂਦੇ ਹਾਂ। ਅਸੀਂ ਇਸ ਦੇ ਵਿੱਚ ਡੂੰਘੀ ਸੋਚ ਦੀ ਵਰਤੋਂ ਕਰਦੇ ਹਾਂ ਅਤੇ ਜੋ ਮੈਨੇਜਮੈਂਟ ਦੇ ਟੌਪ ਲੈਵਲ ਦੇ ਕਰਮਚਾਰੀ ਹੁੰਦੇ ਨੇ ਜਾਂ ਜੋ ਓਨਰਸ ਹੁੰਦੇ ਨੇ ਕੰਪਨੀ ਦੇ, ਉਹੀ ਯੋਜਨਾ ਬਣਾਉਂਦੇ ਨੇ ਸੋ ਡੈਟ ਕਿ ਉਹਦੇ ਵਿੱਚ ਇਹ ਕਨਫਰਮ ਕੀਤਾ ਜਾ ਸਕੇ ਕਿ ਅਸੀਂ ਪਲੈਨਿੰਗ ਦੇ ਵਿੱਚ ਆਪਣੇ ਕਿਹੜੇ ਉਦੇਸ਼ਾਂ ਦੀ ਪ੍ਰਾਪਤੀ ਕਰਨਾ ਚਾਹੁੰਦੇ ਹਾਂ। ਥਰਡ ਵਨ ਇਜ਼ ਕੰਟੀਨਿਊਸ ਪ੍ਰੋਸੈਸ। ਅਗਰ ਤੁਸੀਂ ਮੇਰੀ ਪ੍ਰੀਵੀਅਸ ਵੀਡੀਓਜ਼ ਦੇਖੀਆਂ ਹੋਣਗੀਆਂ ਤੇ ਇਹ ਪੁਆਇੰਟ ਜੋ ਹੈ ਲਗਾਤਾਰ ਪ੍ਰਕਿਰਿਆ, ਇਹ ਮੈਂ ਉਹਨਾਂ ਦੇ ਵਿੱਚ ਵੀ ਡਿਸਕਸ ਕਰ ਚੁੱਕੀ ਹਾਂ ਕਿ ਪਲੈਨਿੰਗ ਜੋ ਹੈ ਉਹ ਇੱਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ। ਇਹ ਕਿਸੇ ਵੀ ਜਗ੍ਹਾ ਤੇ ਰੁਕਦੀ ਨਹੀਂ ਹੈ, ਚਾਹੇ ਉਹ ਸਾਡੀ ਆਮ ਜ਼ਿੰਦਗੀ ਹੈ, ਚਾਹੇ ਉਹ ਕਿਸੇ ਸੰਸਥਾ ਦੀ ਗੱਲ ਹੈ। ਇਹ ਇੱਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ। ਯੋਜਨਾ ਕਿਰਿਆ ਸਿਰਫ ਕੰਮ ਦੀ ਸ਼ੁਰੂਆਤ ਸਮੇਂ ਹੀ ਨਹੀਂ ਬਣਾਈ ਜਾਂਦੀ ਬਲਕਿ ਕੰਪਨੀ ਵਿੱਚ ਚੱਲ ਰਹੇ ਕੰਮਾਂ ਲਈ ਸਮੇਂ-ਸਮੇਂ ਤੇ ਲੋੜ ਅਨੁਸਾਰ ਬਣਾਈ ਜਾਂਦੀ ਹੈ। ਯਾਨੀ ਪਲੈਨਿੰਗ ਜੋ ਹੈ ਉਹ ਇੱਕ ਵਾਰ ਹੀ ਨਹੀਂ ਬਣਾਈ ਜਾਂਦੀ ਬਲਕਿ ਸਟੈਪਸ ਟੂ ਸਟੈਪ ਜਿੱਥੇ ਸਾਨੂੰ ਜ਼ਰੂਰਤ ਹੁੰਦੀ ਹੈ, ਹਰ ਲੈਵਲ ਤੇ ਜਿਹੜੀ ਪਲੈਨਿੰਗ ਹੈ ਉਸ ਦੀ ਸਾਨੂੰ ਜ਼ਰੂਰਤ ਪੈਂਦੀ ਹੈ। ਜਿਵੇਂ ਕਿ ਤੁਸੀਂ ਡਾਇਗਰਾਮ 'ਚ ਦੇਖ ਰਹੇ ਹੋ ਕਿ ਸਭ ਤੋਂ ਪਹਿਲੇ ਅਸੀਂ ਪਲਾਨ ਬਣਾਉਂਦੇ ਹਾਂ, ਫਿਰ ਉਸ ਪਲਾਨ ਨੂੰ ਇੰਪਲੀਮੈਂਟ ਕਰਦੇ ਹਾਂ, ਫਿਰ ਅਸੀਂ ਰਿਵਿਊ ਕਰਦੇ ਹਾਂ। ਰਿਵਿਊ ਦਾ ਮਤਲਬ ਹੈ ਕਿ ਅਸੀਂ ਇਹ ਚੈੱਕ ਕਰਦੇ ਹਾਂ ਕਿ ਜੋ ਪਲਾਨ ਅਸੀਂ ਬਣਾਇਆ ਹੈ ਉਸ ਦੇ ਅਕੋਰਡਿੰਗ ਕੰਮ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ। ਅਗਰ ਉਸ ਦੇ ਵਿੱਚ ਕੋਈ ਤਰੁੱਟੀ ਰਹਿ ਜਾਂਦੀ ਹੈ ਜਾਂ ਉਸ ਦੇ ਵਿੱਚ ਕੋਈ ਕਮੀ ਰਹਿ ਜਾਂਦੀ ਹੈ ਫਿਰ ਅਸੀਂ ਉਹਨੂੰ ਇੰਪਰੂਵ ਕਰਦੇ ਹਾਂ। ਇੰਪਰੂਵ ਕਰਕੇ ਅਸੀਂ ਆਪਣੇ ਪਲਾਨ ਨੂੰ ਦੁਬਾਰਾ ਐਗਜ਼ੀਕਿਊਟ ਕਰ ਦਿੰਦੇ ਹਾਂ। ਨੈਕਸਟ ਪੁਆਇੰਟ ਹੈ ਫਲੈਕਸੀਬਲ, ਜਿਸ ਦਾ ਅਰਥ ਹੈ ਲਚਕੀਲਾਪਨ। ਜਿਵੇਂ ਕਿ ਨਾਮ ਤੋਂ ਹੀ ਕਨਫਰਮ ਹੈ, ਲਚਕੀਲਾਪਨ ਦਾ ਮਤਲਬ ਹੁੰਦਾ ਹੈ
ਕਿ ਅਸੀਂ ਕਿਸੇ ਚੀਜ਼ ਦੇ ਵਿੱਚ ਬੜੀ ਆਸਾਨੀ ਨਾਲ ਬਦਲਾਵ ਕਰ ਸਕੀਏ। ਇਸ ਦਾ ਅਰਥ ਹੈ ਕਿ ਯੋਜਨਾ ਵਿੱਚ ਫਲੈਕਸੀਬਿਲਿਟੀ ਹੋਣੀ ਚਾਹੀਦੀ ਹੈ। ਅਗਰ ਮੌਕੇ ਤੇ ਜਿਵੇਂ ਕਿ ਮੰਗ ਦਾ ਘਟਨਾ ਵਧਣਾ, ਸਰਕਾਰੀ ਨੀਤੀਆਂ ਆਦਿਆਂ ਦੇ ਬਦਲਣ ਦੇ ਤੇ ਯੋਜਨਾ ਦੇ ਵਿੱਚ ਬਦਲਾਵ ਕੀਤਾ ਜਾ ਸਕੇ। ਯਾਨੀ ਅਗਰ ਕੋਈ ਗਵਰਨਮੈਂਟ ਪਾਲਿਸੀਜ਼ 'ਚ ਚੇਂਜ ਹੁੰਦੇ ਨੇ ਜਾਂ ਸਾਡੀ ਕੰਪਨੀ ਦੇ ਵਿੱਚ ਕੋਈ ਚੇਂਜਸ ਆ ਜਾਂਦੇ ਨੇ ਜਿਹਦੇ ਨਾਲ ਸਾਨੂੰ ਪਾਲਿਸੀ ਚੇਂਜ ਕਰਨੀ ਪੈਂਦੀ ਹੈ, ਸਾਨੂੰ ਪਲੈਨਿੰਗ ਚੇਂਜ ਕਰਨੀ ਪੈਂਦੀ ਹੈ, ਤੇ ਸਾਡੀ ਜਿਹੜੀ ਪਲੈਨਿੰਗ ਬਣਾਈ ਹੋਈ ਉਹ ਫਲੈਕਸੀਬਲ ਹੋਣੀ ਚਾਹੀਦੀ ਹੈ, ਉਹ ਲਚਕੀਲੀ ਹੋਣੀ ਚਾਹੀਦੀ ਹੈ, ਸੋ ਡੈਟ ਕਿ ਸਾਨੂੰ ਜਦੋਂ ਜ਼ਰੂਰਤ ਪਵੇ ਅਸੀਂ ਆਪਣੀ ਪਲੈਨਿੰਗ ਨੂੰ ਬਦਲ ਸਕੀਏ। ਨੈਕਸਟ ਪੁਆਇੰਟ ਹੈ ਪ੍ਰਾਇਮਰੀ ਫੰਕਸ਼ਨ। ਇਸ ਦਾ ਅਰਥ ਹੈ ਮੁੱਢਲਾ ਕੰਮ। ਇਹ ਕਿਸੇ ਵੀ ਸੰਸਥਾ ਜਾਂ ਕਿਸੇ ਵੀ ਇੰਸਟੀਟਿਊਟ ਦਾ ਸਭ ਤੋਂ ਬੇਸਿਕ ਕੰਮ ਹੈ। ਵਿਦਆਊਟ ਪਲੈਨਿੰਗ ਅਸੀਂ ਆਪਣੇ ਕੰਮ ਨੂੰ ਅੱਗੇ ਨਹੀਂ ਤੋਰ ਸਕਦੇ। ਇਹ ਮੈਨੇਜਮੈਂਟ ਦੇ ਮੁੱਢਲੇ ਕੰਮ ਵਜੋਂ ਮੰਨੀ ਜਾਂਦੀ ਹੈ। ਮੈਨੇਜਮੈਂਟ ਦੇ ਬਾਕੀ ਸਾਰੇ ਕੰਮ ਇਸ ਤੇ ਆਧਾਰਿਤ ਹੁੰਦੇ ਹਨ। ਇਹ ਹਰ ਕੰਮ ਦਾ ਆਧਾਰ ਹੁੰਦੀ ਹੈ ਕਿਉਂਕਿ ਹਰ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਹੀ ਯੋਜਨਾ ਬਣਾਈ ਜਾਂਦੀ ਹੈ। ਇਹਦੇ ਵਿੱਚ ਤੁਹਾਨੂੰ ਬਿਲਕੁਲ ਕਲੀਅਰ ਸਪਸ਼ਟ ਹੋ ਗਿਆ ਹੈ ਕਿ ਪਲੈਨਿੰਗ ਉਹ ਚੀਜ਼ ਹੈ ਜਿਸ ਤੋਂ ਬਿਨਾਂ ਅਸੀਂ ਇੱਕ ਵੀ ਸਟੈਪ ਅੱਗੇ ਨਹੀਂ ਤੁਰ ਸਕਦੇ। ਕਿਸੇ ਵੀ ਕੰਮ ਦੀ ਸ਼ੁਰੂਆਤ ਕਰਨ ਦੇ ਲਈ ਸਾਨੂੰ ਉਸ ਦੀ ਸਭ ਤੋਂ ਪਹਿਲੇ ਯੋਜਨਾ ਬਣਾਉਣੀ ਪੈਂਦੀ ਹੈ। ਇਸ ਲਈ ਇਹਨੂੰ ਮੈਨੇਜਮੈਂਟ ਦਾ ਮੁੱਢਲਾ ਕੰਮ ਵੀ ਬੋਲਿਆ ਜਾਂਦਾ ਹੈ। ਨੈਕਸਟ ਪੁਆਇੰਟ ਹੈ ਅਬਾਊਟ ਫਿਊਚਰ, ਭਵਿੱਖ ਬਾਰੇ। ਪਲੈਨਿੰਗ ਸਾਨੂੰ ਫਿਊਚਰ ਦੇ ਬਾਰੇ ਦੱਸਦੀ ਹੈ। ਇਹ ਕਿਰਿਆ ਪੂਰੀ ਤਰ੍ਹਾਂ ਭਵਿੱਖ ਤੇ ਆਧਾਰਿਤ ਹੁੰਦੀ ਹੈ ਕਿਉਂਕਿ ਪਲੈਨਿੰਗ ਅਸੀਂ ਆਪਣੇ ਆਉਣ ਵਾਲੇ ਸਮੇਂ ਲਈ ਬਣਾਉਂਦੇ ਹਾਂ। ਅਸੀਂ ਆਪਣੇ ਬੀਤ ਚੁੱਕੇ ਸਮੇਂ ਲਈ ਕਦੀ ਵੀ ਪਲੈਨਿੰਗ ਨਹੀਂ ਬਣਾਉਂਦੇ। ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮ ਦੀ ਯੋਜਨਾ ਬਣਾਈ ਜਾਂਦੀ ਹੈ। ਇਸ ਵਿੱਚ ਕਈ ਸਵਾਲ ਸਾਹਮਣੇ ਆਉਂਦੇ ਹਨ, ਜਿਵੇਂ ਕਿ ਕੀ ਕਰਨਾ ਹੈ, ਕਿਵੇਂ ਕਰਨਾ ਹੈ, ਕਿੰਨੇ ਕਰਨਾ ਹੈ, ਕਦੋਂ ਕਰਨਾ ਹੈ ਅਤੇ ਕਿੱਥੇ ਕਰਨਾ ਹੈ। ਇੰਗਲਿਸ਼ ਦੇ ਵਿੱਚ ਤੁਹਾਡੇ ਕੋਲ ਸਾਹਮਣੇ ਹੈ where to do, when to do, how to do, what to do, who to do and why to do। ਯਾਨੀ ਇਹ ਸਾਰੇ ਕੰਮ ਅਸੀਂ ਭਵਿੱਖ ਦੇ ਵਿੱਚ ਪਹਿਲੇ ਹੀ ਸੋਚ ਲੈਂਦੇ ਹਾਂ ਕਿ ਅਸੀਂ ਇਹਨਾਂ ਕੰਮਾਂ ਨੂੰ ਕਿਵੇਂ ਕਰਨਾ ਹੈ। ਇਸ ਲਈ ਪਲੈਨਿੰਗ ਨੂੰ ਭਵਿੱਖ ਵਿੱਚ ਕਰਨ ਵਾਲਾ ਪ੍ਰੋਸੈਸ ਬੋਲਿਆ ਜਾਂਦਾ ਹੈ। ਨੈਕਸਟ ਪੁਆਇੰਟ ਹੈ ਡਿਸੀਜਨ ਮੇਕਿੰਗ, ਨਿਰਣੇ ਲੈਣਾ। ਯੋਜਨਾ ਕਿਰਿਆ ਦੀ ਵਰਤੋਂ ਹਰ ਪ੍ਰਕਾਰ ਦੇ ਨਿਰਣੇ ਲੈਣ ਵਿੱਚ ਕੀਤੀ ਜਾਂਦੀ ਹੈ। ਮੌਜੂਦਾ ਵਿਕਲਪਾਂ ਵਿੱਚੋਂ ਸਹੀ ਵਿਕਲਪ ਚੁਣਨ ਤੇ ਨਿਰਣੇ ਵੀ ਯੋਜਨਾ ਨੂੰ ਧਿਆਨ ਰੱਖਦੇ ਹੀ ਹੋਏ ਕੀਤੇ ਜਾਂਦੇ ਨੇ। ਕੋਈ ਵੀ ਨਿਰਣੇ ਲੈਣ ਤੋਂ ਪਹਿਲਾਂ ਉਸ ਕੰਮ ਦੀ ਪੂਰੀ ਯੋਜਨਾਬੰਦੀ ਕੀਤੀ ਜਾਂਦੀ ਹੈ। ਯਾਨੀ ਪਲੈਨਿੰਗ ਦੇ ਉੱਪਰ ਹੀ ਸਾਡਾ ਡਿਸੀਜਨ ਮੇਕਿੰਗ ਜੁੜਿਆ ਹੁੰਦਾ ਹੈ। ਯੋਜਨਾ ਕਿਰਿਆ ਦੀ ਵਰਤੋਂ ਹਰ ਪ੍ਰਕਾਰ ਦੇ ਨਿਰਣੇ ਲੈਣ ਵਿੱਚ ਕੀਤੀ ਜਾਂਦੀ ਹੈ। ਜਦੋਂ ਕੋਈ ਮੈਨੇਜਮੈਂਟ ਕਿਸੇ ਚੀਜ਼ ਦਾ ਡਿਸੀਜਨ ਲੈਂਦੀ ਹੈ ਤੇ ਉਹ ਸਭ ਤੋਂ ਪਹਿਲੇ ਆਪਣੀ ਪਲੈਨਿੰਗ ਨੂੰ ਦੇਖਦੀ ਹੈ ਕਿ ਸਾਡੀ ਪਲੈਨਿੰਗ ਕੀ ਹੈ, ਅਸੀਂ ਕਿਸ ਕੰਮ ਨੂੰ ਕਰਨਾ ਹੈ, ਫਿਰ ਹੀ ਉਸ ਕੰਮ ਦਾ ਡਿਸੀਜਨ ਲਿਆ ਜਾਂਦਾ ਹੈ। ਨੈਕਸਟ ਪੁਆਇੰਟ ਹੈ ਫੋਕਸ ਔਨ ਅਚੀਵਿੰਗ ਆਬਜੈਕਟਿਵਸ। ਜੋ ਪਲੈਨਿੰਗ ਹੈ ਉਸ ਆਪਣੇ ਭਵਿੱਖ ਦੇ ਵਿੱਚ ਜੋ ਉਦੇਸ਼ ਸੈੱਟ ਕੀਤੇ ਹੁੰਦੇ ਨੇ, ਜੋ ਆਬਜੈਕਟਿਵ ਸੈੱਟ ਕੀਤੇ ਹੁੰਦੇ ਨੇ, ਉਹਨਾਂ ਨੂੰ ਪੂਰਾ ਕਰਨ ਲਈ ਬਣਾਈ ਜਾਂਦੀ ਹੈ। ਯਾਨੀ ਉਦੇਸ਼ ਪੂਰਤੀ ਵੱਲ ਕੇਂਦਰਿਤ। ਕੋਈ ਵੀ ਕੰਪਨੀ ਹਮੇਸ਼ਾ ਕਿਸੇ ਉਦੇਸ਼ ਦੀ ਪੂਰਤੀ ਵੱਲ ਕੇਂਦਰਿਤ ਹੁੰਦੀ ਹੈ ਅਤੇ ਯੋਜਨਾਬੰਦੀ ਦੀ ਕਿਰਿਆ ਵੀ ਇਹਨਾਂ ਉਦੇਸ਼ਾਂ ਦੀ ਪੂਰਤੀ ਲਈ ਹੀ ਕੀਤੀ ਜਾਂਦੀ ਹੈ। ਯਾਨੀ ਪਲੈਨਿੰਗ ਸਿਰਫ ਔਰ ਸਿਰਫ ਆਪਣੇ ਭਵਿੱਖ ਦੇ ਵਿੱਚ ਤੈਅ ਕੀਤੇ ਉਦੇਸ਼ਾਂ ਨੂੰ ਪੂਰਾ ਕਰਨ ਦੇ ਲਈ ਹੀ ਬਣਾਈ ਜਾਂਦੀ ਹੈ। ਨੈਕਸਟ ਪੁਆਇੰਟ ਹੈ ਪਰਵੈਸਿਵ, ਵਿਆਪਕ। ਇਹ ਇਹਦਾ ਲਾਸਟ ਪੁਆਇੰਟ ਹੈ। ਯੋਜਨਾ ਇੱਕ ਅਜਿਹੀ ਕਿਰਿਆ ਹੈ ਜੋ ਹਰ ਕਿਸੇ ਵਿਭਾਗ ਅਤੇ ਪੱਧਰ ਦੇ ਮੈਨੇਜਮੈਂਟ ਦੁਆਰਾ ਕੀਤੀ ਜਾਂਦੀ ਹੈ। ਫਰਕ ਸਿਰਫ ਇੰਨਾ ਹੈ, ਉੱਚ ਪੱਧਰੀ ਮੈਨੇਜਰ ਕੰਪਨੀ ਦੇ ਸਾਰੇ ਉੱਤਮ ਨਿਯਮਾਂ ਅਤੇ ਪਾਲਿਸੀਆਂ ਬਾਰੇ ਯੋਜਨਾ ਬਣਾਉਂਦੇ ਹਨ ਅਤੇ ਵਿਭਾਗੀ ਮੈਨੇਜਰ ਸਿਰਫ ਆਪਣੇ ਵਿਭਾਗ ਨਾਲ ਸੰਬੰਧਿਤ ਕੰਮਾਂ ਦੀ ਯੋਜਨਾ ਬਣਵਾਉਂਦੇ ਹਨ। ਯਾਨੀ ਪਲੈਨਿੰਗ ਜੋ ਹੈ ਉਹ ਸਰਵ ਵਿਆਪਕ ਵੀ ਤੁਸੀਂ ਕਹਿ ਸਕਦੇ ਹੋ ਕਿ ਪਲੈਨਿੰਗ ਜੋ ਹੈ ਉਹ ਹਰ ਜਗ੍ਹਾ ਤੇ ਮੌਜੂਦ ਹੈ। ਲੇਕਿਨ ਮੈਨੇਜਮੈਂਟ ਦੇ ਵਿੱਚ ਜੋ ਪਲੈਨਿੰਗ ਹੈ ਉਹ ਟੌਪ ਲੈਵਲ ਮੈਨੇਜਮੈਂਟ, ਮਿਡਲ ਲੈਵਲ ਮੈਨੇਜਮੈਂਟ ਅਤੇ ਲੋ ਲੈਵਲ ਮੈਨੇਜਮੈਂਟ ਤਿੰਨਾਂ ਦੁਆਰਾ ਪਲੈਨਿੰਗ ਕੀਤੀ ਜਾਂਦੀ ਹੈ। ਫਰਕ ਸਿਰਫ ਇੰਨਾ ਹੁੰਦਾ ਹੈ ਕਿ ਜੋ ਟੌਪ ਲੈਵਲ ਦੀ ਮੈਨੇਜਮੈਂਟ ਹੈ ਉਹ ਆਪਣੀ ਪੋਲਿਸੀਜ਼ ਐਂਡ ਪ੍ਰੋਸੀਜਰਸ ਨੂੰ ਲੈ ਕੇ ਪਲੈਨਿੰਗ ਬਣਾਉਂਦੇ ਨੇ, ਜਿਵੇਂ ਕਿ ਜੋ ਉਹਨਾਂ ਨੇ ਨਿਯਮ ਲਾਗੂ ਕਰਨੇ ਨੇ, ਜੋ ਪੋਲਿਸੀਜ਼ ਉਹਨਾਂ ਨੇ ਕੰਪਨੀ ਦੇ ਵਿੱਚ ਲਾਗੂ ਕਰਨੀ ਨੇ। ਤੇ ਜੋ ਮਿਡਲ ਲੈਵਲ ਤੇ ਜੋ ਲੋ ਲੈਵਲ ਦੇ ਮੈਨੇਜਮੈਂਟਸ ਨੇ ਪਲੈਨਿੰਗ ਉਹ ਵੀ ਬਣਾਉਂਦੇ ਨੇ, ਲੇਕਿਨ ਉਹ ਸਿਰਫ ਆਪਣੇ ਡਿਪਾਰਟਮੈਂਟ ਨਾਲ ਜੁੜੇ ਹੋਏ ਕੰਮਾਂ ਨੂੰ ਲੈ ਕੇ ਹੀ ਪਲੈਨਿੰਗ ਬਣਾਉਂਦੇ ਨੇ। ਇਹ ਸਾਰੇ ਜਿਹੜੇ ਪੁਆਇੰਟਸ ਹੈ ਇਹ ਪਲੈਨਿੰਗ ਦੇ ਗੁਣ ਸੀਗੇ, ਪਲੈਨਿੰਗ ਦੇ ਫੀਚਰਸ ਸੀਗੇ। ਇਸ ਦੇ ਵਿੱਚ ਅੱਜ ਅਸੀਂ ਪਲੈਨਿੰਗ ਦਾ ਮਤਲਬ, ਉਹਦੀ ਡੈਫੀਨੇਸ਼ਨ ਅਤੇ ਉਹਦੇ ਗੁਣਾਂ ਨੂੰ ਕਵਰ ਕੀਤਾ ਹੈ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਔਰ ਇਹ ਪੁਆਇੰਟਸ ਬੜੇ ਅੱਛੇ ਤਰੀਕੇ ਨਾਲ ਸਮਝ ਆਏ ਹੋਣਗੇ। ਔਰ ਅਗਰ ਤੁਹਾਨੂੰ ਇਹ ਵਧੀਆ ਲੱਗੇ ਨੇ ਪਲੀਜ਼ ਇਸ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ। ਥੈਂਕ ਯੂ ਸੋ ਮਚ। Thank you so much for giving your precious time to watch this video. Thanks a lot.